ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 40ਵੀਂ ਕਾਂਡ ਦਾ ਬਾਕੀ ਦਾ ਹਿੱਸਾ। ਅਗਲਾ ਪਿੰਡ ਛੇਤੀ ਆ ਗਿਆ ਸੀ। ਪੰਛੀ ਤ੍ਰਿਵੇਣੀ ਉੱਤੇ ਮੁੜ ਆਏ ਸਨ। ਖੰਡਰ ਹੋਏ ਪਿੰਡ ਦੇ ਲੋਕ ਹਾਲੇ ਨਹੀਂ ਸੀ ਪਰਤੇ। ਪਿੰਡ ਅੱਗੇ ਇੱਕ ਆਸ਼ਰਮ ਦਾ ਵਿਹੜਾ ਕਰਮੰਡਲਾਂ ਕਾਸਿਆਂ ਨਾਲ ਭਰਿਆ ਪਿਆ ਸੀ। ਭੱਜਣ ਲੱਗੇ ਸਾਧੂ ਇਹਨਾਂ ਨੂੰ ਵੀ ਨਾਲ ਚੁੱਕ ਨਹੀਂ ਸੀ ਸਕੇ। ਬਿਲਕੁਲ ਜਾਣੇ ਪਛਾਣੇ ਪਿੰਡਾਂ ਦੇ ਰਸਤਿਆਂ ਦੀਆਂ ਨੁਹਾਰਾਂ ਵੀ ਮਰਦਾਨੇ ਦੀ ਪਛਾਣ 'ਚ ਨਹੀਂ ਸੀ ਆ ਰਹੀਆਂ। ਉੱਚੀਆਂ ਅਟਾਰੀਆਂ, ਬੁਰਜਾਂ, ਹਵੇਲੀਆਂ ਦੀਆਂ ਨਿਸ਼ਾਨੀਆਂ ਬਿਲਕੁਲ ਬੇਪਛਾਣ ਹੋ ਚੁੱਕੀਆਂ ਸਨ। ਹੁਣ ਤਾਂ ਰਣ ਭੂਮੀ 'ਚ ਡਿੱਗੇ ਯੋਧਿਆਂ ਦੇ ਚਿਹਰਿਆਂ ਦੀ ਪਛਾਣ ਨਹੀਂ ਸੀ ਹੋ ਰਹੀ। ਅੱਗੇ ਇੱਕ ਹੋਰ ਉੱਜੜ ਕੇ ਵਸਦਾ ਪਿੰਡ ਆ ਰਿਹਾ ਸੀ। ਦੋ ਅੱਧ ਜਲੇ ਘਰਾਂ ਅੱਗੇ ਖੜੇ ਇੱਕ ਬੰਦੇ ਨੇ ਪੁੱਛਿਆ, "ਫਕੀਰੋ, ਜੁੱਤੀ ਨਹੀਂ ਪਾਈ?" ਪਿਛਲੇ ਪਿੰਡੋਂ ਦੋਵੇਂ ਜੁੱਤੀਆਂ ਦੇ ਆਏ ਸਨ। ਇਹ ਹੌਲ ਪਾਉਣ ਵਾਲੀ ਆਵਾਜ਼ ਸੀ। ਇਸ ਵਾਰੀ ਦੇ ਮੁੱਕਦੇ ਸਫ਼ਰ ਦੀਆਂ ਯਾਦਾਂ ਸਾਂਭਣੀਆਂ ਬੜੀਆਂ ਔਖੀਆਂ ਸਨ। ਇਸ ਪਸਾਰ ਵਿੱਚ ਖਿਆਲਾਂ ਦੀਆਂ ਦੂਰੀਆਂ ਸੂਰਤਾਂ ਨੂੰ ਕਾਂਬੇ ਛੇੜ ਦਿੰਦੀਆਂ ਸਨ। ਦੋ ਲੰਬੀਆਂ ਚਿੱਟੀਆਂ ਦਾੜ੍ਹੀਆਂ ਵਾਲੇ ਫਕੀਰਾਂ ਨੂੰ ਅੱਜ ਕੱਲ੍ਹ ਖਲਕਤ ਕਿਹੋ ਜਿਹੇ ਸਵਾਲ ਪੁੱਛਦੀ ਹੈ। ਮਰਦਾਨਾ ਤੇਜ਼ ਕਦਮੀ ਬਾਬੇ ਤੋਂ ਅੱਗੇ ਤੁਰਨ ਲੱਗਾ। ਕੁਝ ਪੁੱਛਣ ਦੀ ਇਹ ਵੀ ਮਰਦਾਨੇ ਕੋਲ ਇੱਕ ਵਿਧੀ ਸੀ। ਅਕਸਰ ਅਜਿਹੇ ਵੇਲੇ ਬਾਬੇ ਦਾ ਉੱਤਰ ਸ਼ੁਰੂ ਹੋ ਜਾਂਦਾ ਸੀ, ਪਰ ਇਸ ਵਾਰੀ ਬਿਰਧ ਸਰੀਰ ਜ਼ਿਆਦਾ ਦੇਰ ਅੱਗੇ ਨਹੀਂ ਸੀ ਚੱਲ ਸਕਦਾ। ਸ਼ਾਇਦ ਬਾਬਾ ਵੀ ਇਹ ਸਮਝ ਗਿਆ ਸੀ। "ਭਾਈ ਮਰਦਾਨਿਆਂ, ਵਿਚਾਰ ਤਾਂ ਜਾਣਿਆ ਹੋਇਆ ਹੀ ਹੁੰਦਾ, ਸੱਚ ਨਹੀਂ?" "ਬਾਬਾ, ਜੋ ਦਿਸਦਾ ਉਹਦੇ ਵਿਚਾਰ ਤਾਂ ਬਣਨਗੇ ਹੀ ਨਾ। ਸੁਆਸਥ ਕਦੇ ਬਿਮਾਰ ਨਹੀਂ ਹੁੰਦਾ। ਜੋ ਦਿਸਦਾ ਹੈ ਉਹ ਬਿਮਾਰੀ ਦੇ ਲੱਛਣ ਨਹੀਂ। ਬਿਮਾਰੀ ਕਿਤੇ ਹੋਰ ਹੈ ਮਰਦਾਨਿਆਂ। ਬਾਬਾ, ਦਿਸਣ ਦੇ ਹੌਲ ਨੂੰ ਕਿਵੇਂ ਰੋਕਾਂ? ਇੱਕ ਦਰਵਾਜ਼ਾ ਤਾਂ ਹਰ ਘਰ 'ਚ ਹੁੰਦਾ ਹੈ। ਆਪਣੇ ਘਰ ਦਾ ਦਰਵਾਜ਼ਾ ਢੂੰਡ ਭਾਈ।" ਹੌਲੀ ਹੌਲੀ ਮਰਦਾਨਾ ਪਹਿਲਾਂ ਬਰਾਬਰ ਤੇ ਫਿਰ ਬਾਬੇ ਦੇ ਪਿੱਛੇ ਚੱਲਣ ਲੱਗਾ। ਫਿਰ ਅੱਗਿਓਂ ਆਵਾਜ਼ ਆਈ, "ਮਰਦਾਨਿਆਂ।" ਲੰਮਾ ਕਹਿਣ ਤੋਂ ਭਾਵ ਸੀ ਬਾਬਾ ਪਹਿਲਾਂ ਹੁੰਗਾਰਾ ਉਡੀਕਦਾ ਹੈ। "ਹਾਂ ਬਾਬਾ।" "ਉਸ ਜਗ੍ਹਾ ਨਾ ਰੁਕ ਜਿੱਥੋਂ ਗੁਰੂ ਤੇ ਚੇਲੇ ਨੇ ਵੱਖ ਹੋਣਾ ਹੁੰਦਾ ਹੈ। ਇੱਥੋਂ ਸੁਰਤ ਦੀ ਸਵਾਰੀ ਸ਼ੁਰੂ ਹੁੰਦੀ ਹੈ।" "ਮੈਂ ਨਹੀਂ ਵਿਛੜਨਾ ਬਾਬਾ।" ਮਰਦਾਨਾ ਫਿਰ ਬਰਾਬਰ ਟੁਰਨ ਲੱਗਾ। ਅਚਾਨਕ ਆਈ ਥਕਾਵਟ ਪਤਾ ਨਹੀਂ ਕਿੱਧਰ ਗੁਆਚ ਗਈ ਸੀ। "ਮੈਨੂੰ ਪੁੱਛਣ ਦੀ ਜਿਗਿਆਸਾ ਵਿੱਚ ਹੀ ਰੱਖ। ਜੇ ਇਸ ਤੋਂ ਅੱਗੇ ਵਿਛੋੜਾ ਹੈ ਤਾਂ ਮੈਂ ਹਾਂ ਤਲਵੰਡੀ ਦਾ ਡੂਮ। ਜੇ ਕੋਈ ਗਿਆਨ ਬਾਬੇ ਤੋਂ ਵਿਛੋੜਦਾ ਹੈ ਤਾਂ ਮੈਂ ਇੱਥੇ ਹੀ ਰੁਕਦਾ।" ਬੱਚਿਆਂ ਵਾਂਗ ਰੋਂਦੇ ਮਰਦਾਨੇ ਨੂੰ ਵੇਖ ਕੇ ਇੱਕ ਰਾਹੀ ਨੇ ਪੁੱਛਿਆ, "ਭਾਈ, ਇਹ ਤਾਂ ਦੱਸੋ ਕੌਣ ਕਿਹਨੂੰ ਛੱਡ ਗਿਆ? ਤੁਸੀਂ ਸਿਆਣੇ ਬਿਆਣੇ ਹੋ ਕੇ ਬੱਚਿਆਂ ਵਾਂਗ ਦਿਸਦੇ ਹੋ।" ਇੱਕਦਮ ਤਲਵੰਡੀ ਦਾ ਮੱਥਾ ਸਾਹਮਣੇ ਆ ਗਿਆ ਸੀ। ਤੁਰਦੇ ਤੁਰਦੇ ਸਾਹਮਣੇ ਵੇਖਣਾ ਯਾਦ ਹੀ ਨਹੀਂ ਸੀ ਰਿਹਾ। ਹੁਣ ਅੱਗੇ ਚੱਲਦਾ ਬਾਬਾ ਵੀ ਦਿਸ ਪਿਆ ਸੀ। ਤਲਵੰਡੀ ਦੀ ਨੁਹਾਰ ਪਹਿਲਾਂ ਵਰਗੀ ਹੀ ਸੀ। ਕਿਤੇ ਕੋਈ ਧੁਆਂਖੀ ਝਲਕ ਨਜ਼ਰੀ ਨਹੀਂ ਪਈ, ਪਰ ਪੈੜਾਂ ਵਾਲੇ ਰਾਹ ਓਨੇ ਰੌਣਕੀ ਨਹੀਂ ਸਨ। ਬਹੁਤ ਦਿਨਾਂ ਬਾਅਦ ਕੋਹਲੂ ਚੱਲਦਾ ਦਿਸਿਆ ਸੀ। ਵਣਜ ਆਸਣ 'ਚ ਰਾਖੀ ਕਰਦਾ ਕੁੱਤਾ ਦਿਸਿਆ। ਉਹ ਰਾਏ ਬੁਲਾਰ ਦੀ ਸੁੰਨਸਾਨ ਹਵੇਲੀਓਂ ਅੱਗੇ ਲੰਘੇ। ਹੁਣ ਸਫ਼ਰਾਂ ਦਾ ਹਾਲ ਪੁੱਛਣ ਵਾਲੇ ਰਾਏ ਬੁਲਾਰ ਨਹੀਂ ਸੀ ਰਹੇ। ਦੌਲਤ ਖਾਂ ਦੇ ਫੜੇ ਜਾਣ ਦਾ ਸੋਗ ਹਵੇਲੀ ਦੀ ਨੂੰਹ ਨਾਲ ਅਹਿਲਕਾਰਾਂ ਨੂੰ ਵੀ ਸੀ। ਦੌਲਤ ਖਾਂ ਦੀ ਬੇਟੀ ਇੱਥੇ ਵਿਆਹੀ ਸੀ। ਇਹ ਕਿਤੇ ਨਰਕ ਤਾਂ ਨਹੀਂ ਜਾ ਰਿਹਾ? ਫਿਰ ਮੁੜ ਆਇਆ। ਵੇਖ ਲਓ, ਘੁੰਮ ਘੁੰਮ ਕੇ ਹੀ ਬਜ਼ੁਰਗ ਬਣ ਗਿਆ। ਆਰਿਫ ਲੋਕਾਂ ਨੇ ਰਾਏ ਬੁਲਾਰ ਦੇ ਕੁਝ ਬਿਰਧ ਸਿਪਾਹੀ ਗੱਲਾਂ ਕਰਦੇ ਹਵੇਲੀ ਸਾਹਮਣੇ ਇੱਕ ਵੱਡੇ ਪੱਥਰ 'ਤੇ ਜਾ ਬੈਠੇ। ਕਿਸੇ ਸਮੇਂ ਇਹਨਾਂ ਆਪਣੇ ਮਾਲਕ ਨੂੰ ਇਸ ਬੰਦੇ ਨਾਨਕ ਦੇ ਅੱਗੇ ਪਿੱਛੇ ਫਿਰਦਾ ਵੇਖਿਆ ਸੀ। ਸ਼ਾਇਦ ਇਸ ਲਈ ਉਹਨਾਂ 'ਚ ਕੋਈ ਯਾਦ ਦੀ ਸ਼ਰਧਾ ਜਾਗ ਪਈ ਸੀ। ਪਰ ਹਵੇਲੀ ਅੱਗੇ ਛਾਈ ਚੁੱਪ ਵਿੱਚ ਇਹ ਬੋਲ ਬਹੁਤ ਉੱਚੇ ਸੁਣੇ ਸਨ। ਪਹਿਰੇਦਾਰ ਨੇ ਬਾਹਰ ਵੱਲ ਵੇਖਿਆ ਤੇ ਜਾਣੂ ਚਿਹਰੇ ਵੇਖ ਚੁੱਪ ਕਰ ਗਿਆ। "ਓਪਰੇ ਬੰਦੇ 'ਤੇ ਨਜ਼ਰ ਰੱਖਣੀ। ਤੁਸੀਂ ਵੀ ਪੁਰਾਣੇ ਸਿਪਾਹੀ ਜੇ।" ਪਿਛਲੇ 40 ਸਾਲਾਂ ਤੋਂ ਘਰ ਉਵੇਂ ਹੀ ਦਿਸਦਾ ਸੀ ਜਿਵੇਂ ਮਹਿਸੂਸ ਹੁੰਦਾ ਸੀ। ਸਿਰਫ ਦਰਵਾਜ਼ੇ ਦੇ ਪੱਲੇ ਥੱਲਿਓਂ ਕੁਝ ਝੜ ਗਏ ਸਨ। ਫਿਰ ਵੀ ਦੂਰੋਂ ਅੰਦਰ ਨਹੀਂ ਸੀ ਦਿਸਦਾ। ਦਰਵਾਜ਼ਾ ਖੋਲ੍ਹਣ ਤੋਂ ਬਾਅਦ ਵੀ ਪਤਾ ਨਹੀਂ ਸੀ ਲੱਗਦਾ ਕਿ ਬੰਦ ਕੀਤਾ ਸੀ ਜਾਂ ਆਪੇ ਬੰਦ ਹੋ ਗਿਆ। ਮਰਦਾਨੇ ਨੇ ਸੱਜੇ ਪੱਲੇ ਨੂੰ ਧੱਫਾ ਮਾਰਿਆ, ਜਿਸ ਨਾਲ ਉਹਨੂੰ ਪਤਾ ਸੀ ਕਿ ਦੋਵੇਂ ਖੁੱਲ੍ਹ ਜਾਣਗੇ। ਅੰਦਰ ਅੰਮੀ ਵਰਗਾ ਬਿਰਧ ਸਰੀਰ ਦਿਸਿਆ। ਦਰਵਾਜ਼ੇ ਦੀ ਚੀਖ ਨਾਲ ਉਹਨੇ ਪਿੱਛੇ ਵੱਲ ਨਾ ਵੇਖਿਆ। ਕੋਈ ਗੁਆਂਢੀ ਮਰਾਸੀ ਆਇਆ ਹੋਏਗਾ। ਅੰਮੀ ਵੇਲੇ ਹਮੇਸ਼ਾ ਜੀਅ ਕਰਦਾ ਸੀ ਕਦੋਂ ਸਿਰ ਉਹਦੇ ਹੱਥਾਂ ਕੋਲ ਪਹੁੰਚ ਜਾਵੇ। ਪੈਰੀਂ ਜੁੱਤੀ ਵੀ ਨਹੀਂ ਸੀ। ਮਾਸ ਦੀ ਵਿੜਕ ਨਾਲ ਮਰਾਸਣ ਨੇ ਕਿੱਥੇ ਸੁਣਨਾ ਸੀ। ਉਹ ਘੁੰਮ ਕੇ ਅਚਾਨਕ ਉਹਦੇ ਅੱਗੇ ਪਹੁੰਚ ਗਿਆ। "ਬੱਲੇ ਬੱਲੇ, ਮੀਰ ਜੀ ਹਾਜੀ ਹੋ ਕੇ ਆਏ ਨੇ।" ਉਹ ਬਿਨਾਂ ਸਹਾਰੇ ਤੋਂ ਉੱਠ ਖੜੀ ਸੀ। "ਦੱਸ ਮੇਰੇ ਲਈ ਕੀ ਲਿਆਇਆ?" ਉਹਦੀ ਮੰਗ ਬੱਚਿਆਂ ਵਰਗੀ ਸੀ। ਉਹਨੇ ਟੁੱਟੀ ਹੋਈ ਮੰਜੀ ਉੱਤੇ ਰਬਾਬ ਰੱਖ ਪੰਡੋਕਲੀ 'ਚੋਂ ਇੱਕ ਕਾਠ ਦੀ ਮਾਲਾ ਕੱਢੀ ਤੇ ਸਿੱਧੀ ਉਹਦੇ ਗਲੇ 'ਚ ਪਾ ਦਿੱਤੀ। "ਸ਼ੁਕਰ ਏ ਤੇਰੀ ਝੋਲੀ 'ਚੋਂ ਵੀ ਕੁਝ ਨਿਕਲਿਆ।" ਫਿਰ ਮਰਦਾਨੇ ਨੇ ਉਹਦੇ ਹੱਥੋਂ 2 ਕਟੋਰੇ ਪਾਣੀ ਦੇ ਪੀਤੇ। ਉਹੀ ਪੁਰਾਣੇ ਘੜਿਆਂ ਵਿੱਚੋਂ ਨਿਕਲੀ ਜਾਣੀ ਪਛਾਣੀ ਮਿੱਟੀ ਦੀ ਗੰਧ ਨਾਲ
ਕੁਝ ਯਾਦਾਂ ਯਾਦ ਆਈਆਂ। ਬਹੁਤ ਛੋਟਾ ਘਰ ਸੀ, ਕਿਤੇ ਵੀ ਅੱਬਾ ਦੀ ਕੋਈ ਨਿਸ਼ਾਨੀ ਨਹੀਂ ਸੀ ਦਿਸ ਰਹੀ। ਜੀ ਕਰਦਾ ਸੀ ਮੀਰਜ਼ਾਦੀ ਆਪ ਹੀ ਦੱਸ ਦੇਵੇ, ਪਰ ਥੋੜ੍ਹੀ ਦੇਰ ਵਿੱਚ ਹੀ ਵਿਹੜਾ ਭਰ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਉਹਨੂੰ ਸਫ਼ਰਾਂ ਤੋਂ ਬਾਅਦ ਗੁਆਂਢੀ ਵਧਾਈਆਂ ਦੇਣ ਆਏ ਸਨ। ਦਰਵਾਜ਼ੇ ਤੋਂ ਆ ਕੇ ਹਰ ਕੋਈ ਕਹਿੰਦਾ, ਹਾਜੀ ਜੀ ਆਏ ਨੇ। ਗੁਆਂਢਣ ਮਰਾਸਣਾ ਮਰਦਾਨੇ ਨੂੰ ਸਵਾਲ 'ਤੇ ਸਵਾਲ ਕਰੀ ਜਾ ਰਹੀਆਂ ਸਨ। ਮੀਰ ਜੀ ਹੱਜ ਵਿਛੋੜੇ ਲਈ ਕੀਤਾ ਏ ਜਾਂ ਰੁਕੋਗੇ ਵੀ? ਹਰ ਵਾਰੀ ਮੀਰਜ਼ਾਦੀ ਨੂੰ ਕਹਿੰਦੇ ਸੀ, ਮੇਰੇ ਤੀਰਥਾਂ ਦੇ ਹੌਲ ਪੈਂਦੇ ਨੇ, ਇਸ ਵਾਰੀ ਹੱਜ ਨਾਲ ਕੀ ਹੋਇਆ? ਤੁਸੀਂ ਤਾਂ ਉਹਦੇ ਗਲ ਮਾਲਾ ਪਾ ਫਕੀਰ ਨਹੀਂ ਬਣਾ ਦਿੱਤਾ, ਨਾਲ ਕਾਸਾ ਦੇਣਾ ਕਿਉਂ ਭੁੱਲ ਗਏ? ਇਹ ਜਿਹੜੀ ਘਰ ਦੀ ਹਾਜਣ ਬੈਠੀ, ਇਹਦਾ ਹੱਜ ਕਦੋਂ ਹੋਊ? ਕਿਤੇ ਇਸ ਵਾਰੀ ਨਾਲ ਲੈ ਕੇ ਜਾਣ ਦਾ ਮਨ ਤਾਂ ਨਹੀਂ? ਜਿਵੇਂ ਕਹਿੰਦੇ ਨੇ ਬੁੱਢਾ ਸਰੀਰ ਅਖੀਰ 'ਚ ਸਹਾਰਾ ਭਾਲਦਾ। ਚੁੱਪ ਕਰੋ, ਢਹਿ ਜਾਣੀਓ। ਪਹਿਲਾਂ ਇਹਦੇ ਅੱਬਾ ਦਾ ਸੋਗ ਤਾਂ ਵੰਡਾ ਲਓ। ਥੋੜ੍ਹੀ ਦੇਰ ਲਈ ਹਾਸੀ ਰੁਕੀ, ਪਰ ਫਿਰ ਚਾਲੂ ਹੋ ਗਈ। ਮਰਦਾਨਾ ਚੁੱਪਚਾਪ ਸਭ ਕੁਝ ਸੁਣਦਾ ਰਿਹਾ। ਇਹ ਹੱਜ ਕਿਹਨੂੰ ਸਮਝ ਆਇਆ, ਮੈਨੂੰ ਜਾਂ ਮਰਾਸਣਾ ਨੂੰ? ਜੇ ਬਾਬਾ ਕੋਲ ਹੁੰਦਾ ਤਾਂ ਉਹ ਜ਼ਰੂਰ ਪੁੱਛਦਾ। ਫਿਰ ਵੀ ਮਰਦਾਨੇ ਨੇ ਅੱਬਾ ਦੇ ਸੋਗ ਨੂੰ ਥੋੜ੍ਹੀ ਦੇਰ ਲਈ ਤਾਂ ਹਸਾ ਹੀ ਦਿੱਤਾ ਸੀ। ਮਰਾਸੀਆਂ ਦਾ ਇਹੋ ਤਾਂ ਕੰਮ ਹੈ। ਬਹੁਤ ਦਿਨ ਹੋ ਗਏ ਸਨ ਸੁਪਨਿਆਂ 'ਚ ਭਗਵੇਂ ਨਹੀਂ ਸੀ ਆਏ। ਤਲਵੰਡੀ ਆ ਕੇ ਆਪਣੇ ਲਈ ਗਾਉਣ ਨੂੰ ਜੀ ਮਚਲਿਆ ਰਹਿੰਦਾ ਸੀ। ਮਨ ਦੇ ਤਾਰੇ, ਤਨ ਦੇ ਤਾਰੇ ਤੇ ਅਸਮਾਨ ਦੇ ਤਾਰੇ ਸਭ ਤਲਵੰਡੀ 'ਚ ਹਾਜ਼ਰੀ ਭਰਦੇ ਸਨ। ਉਹ ਦਿਨ 'ਚ ਕਈ ਚੱਕਰ ਤਲਵੰਡੀ ਦੇ ਲਾਉਂਦਾ। ਹੁਣ ਉਹ ਚਿਹਰੇ ਵੀ ਨਹੀਂ ਸੀ ਰਹੇ ਜਿਨ੍ਹਾਂ ਨੇ ਕਦੇ ਉਹਨਾਂ ਨੂੰ ਬਜ਼ੁਰਗਾਂ ਵਾਂਗ ਟੋਕਿਆ ਸੀ। ਪਰ ਕਈ ਵਾਰੀ ਹਾਣੀਆਂ ਨੇ ਪੁੱਛਿਆ ਸੀ, ਮਰਦਾਨਿਆਂ ਤੂੰ ਤਾਂ ਐਵੇਂ ਘੁੰਮਦਾ ਜਿਵੇਂ ਹੁਣ ਤਲਵੰਡੀ ਵਿੱਚੋਂ ਵੀ ਗਜਾ ਕਰਨੀ ਹੋਵੇ। ਉਹ ਅਜਿਹੇ ਵੇਲੇ ਖੂਹ ਸਾਹਮਣੇ ਇੱਕੋ ਇੱਕ ਬੱਚੇ ਬਜ਼ੁਰਗ ਭੰਗੀ ਕੋਲ ਆ ਬੈਠਦਾ। ਹਰ ਵਾਰੀ ਭੰਗੀ ਉਹਨੂੰ ਨਵਾਂ ਸਵਾਲ ਪੁੱਛ ਲੈਂਦਾ। ਸੁਣਿਆ ਤੂੰ ਸਮੁੰਦਰ ਵੀ ਵੇਖ ਲਿਆ, ਉੱਥੇ ਤਾਂ ਮਲਾਹ ਹੀ ਮਲਾਹ ਹੋਣਗੇ। ਉਹ ਸਫ਼ਰਾਂ ਦੀਆਂ ਹੱਡ ਬੀਤੀਆਂ ਪੁੱਛਦਾ। ਹਰ ਵਾਰੀ ਉਹਦਾ ਕੁੱਤਾ ਜ਼ਰੂਰ ਝਪਟ ਕੇ ਪੈਂਦਾ। ਵੇਖ, ਕੁੱਤੇ ਨੂੰ ਮਾੜੇ ਚੰਗੇ ਦੀ ਪਰਵਾਹ ਨਹੀਂ ਹੁੰਦੀ, ਬਸ ਜਾਣ ਪਛਾਣ ਚਾਹੀਦੀ ਏ। ਉਹ ਟੁੱਟੀ ਲਾਠੀ ਧਰਤੀ 'ਤੇ ਮਾਰਦਾ ਕੁੱਤਾ ਪਰੇ ਖੂਹ ਦੀ ਮੌਣ ਨਾਲ ਢਾਸਣਾ ਲਾ ਬੈਠ ਜਾਂਦਾ। ਇਹਦਾ ਬਾਪ ਤੈਨੂੰ ਜਾਣਦਾ ਸੀ, ਜੇ ਤੇਰੇ ਤਲਵੰਡੀ ਪੈਰ ਟਿਕਣ ਇਹ ਵੀ ਜਾਣ ਜਾਏਗਾ। ਅੱਜ ਦੁਪਹਿਰ ਵੇਲੇ ਘੁੰਮ ਕੇ ਜਦੋਂ ਮਰਦਾਨਾ ਪੁੱਜਿਆ ਤਾਂ ਉਹਨੇ ਦੱਸਿਆ, ਆਹ ਨਾਨਕ ਹੁਣੇ ਗਿਆ। ਅੱਛਾ, ਤੂੰ ਕੀ ਪੁੱਛਿਆ? ਆਉਂਦਾ ਹੀ ਰਹਿੰਦਾ ਇੱਥੇ ਤਾਂ। ਮਰਦਾਨੇ ਨੇ ਵੇਖਿਆ ਬਿਰਧ ਭੰਗੀ ਦੀਆਂ ਅਜੀਬੋ ਗਰੀਬ ਦਿਸਦੀਆਂ ਅੱਖਾਂ ਉਹਦੇ ਵੱਲ ਉੱਠ ਰਹੀਆਂ ਸਨ। ਉਹਦੇ ਚਿਹਰੇ ਦੀ ਨੁਹਾਰ ਪਹਿਲਾਂ ਤਾਂ ਇਹੋ ਜਿਹੀ ਨਹੀਂ ਸੀ। ਉਹ ਮੁਸਕਰਾ ਰਿਹਾ ਸੀ। ਜੋ ਤੂੰ ਪੁੱਛਣਾ ਸੀ ਪੁੱਛ ਲਿਆ, ਜੋ ਸੁਣਨਾ ਸੀ ਸੁਣ ਲਿਆ। ਹੁਣ ਚੁੱਪ ਕਰਕੇ ਤਲਵੰਡੀ 'ਚ ਟਿਕ ਜਾ। ਇੰਨੇ ਲੰਮੇ ਸਮੇਂ ਦੇ ਰਾਹ 'ਚ ਕਦੇ ਭੰਗੀ ਨੇ ਅਜਿਹਾ ਗੰਭੀਰ ਸੁਝਾਅ ਨਹੀਂ ਸੀ ਦਿੱਤਾ। ਇਹ ਚੁਫੇਰੇ ਫੈਲੇ ਦੁੱਖਾਂ ਦੇ ਅੰਧਕਾਰ 'ਚ ਕੋਈ ਇਹੋ ਜਿਹਾ ਪ੍ਰਸ਼ਨ ਪੁੱਛ ਸਕਦਾ ਸੀ? ਵਾਪਸ ਮੁੜਦਿਆਂ ਮਰਦਾਨੇ ਨੂੰ ਸਾਹ ਉੱਤੇ ਚੋਟ ਸੁਣੀ। ਰਸਤੇ 'ਚ ਜੁਲਾਹੇ ਦੇ ਤਣੇ ਤਾਣੇ ਕੋਲ ਖੜਿਆ। ਸਭ ਕੁਝ ਆਪਣੀ ਮਰਜ਼ੀ ਨਾਲ ਤਣਿਆ, ਫਿਰ ਆਪਣੀ ਇੱਛਾ ਦੇ ਰੰਗ ਵੀ ਭਰੇ, ਪਰ ਸੌਂਪ ਕਿਸੇ ਹੋਰ ਨੂੰ ਦੇਣਾ। ਸਫ਼ਰਾਂ 'ਚ ਟੁੱਟੇ ਬੁੱਤਾਂ ਦੀ ਯਾਦ ਆਈ। ਉਸ ਦਿਨ ਜਿੱਥੇ ਕਿਤੇ ਵੀ ਸਾਬਤ ਪਿਆ ਪੱਥਰ ਦਿਸਦਾ, ਉਸੇ ਵੇਲੇ ਜੜ ਹੋਏ ਇਹ ਪੱਥਰ ਬੁੱਤਾਂ ਨਾਲੋਂ ਕਿੰਨੇ ਛੋਟੇ ਦਿਸਦੇ ਸੀ। ਕੁਝ ਲੋਕ ਕੁਝ ਪਲ ਜਦੋਂ ਬੁੱਤਾਂ ਤੇ ਪੱਥਰਾਂ ਦੇ ਵਿਚਕਾਰ ਦਿਸਦੇ ਨੇ ਤਾਂ ਮੰਦਰਾਂ ਦੀ ਕਲਪਨਾ ਤੋਂ ਬਿਨਾਂ ਹੋਰ ਕਿਤੇ ਵੀ ਜਾ ਨਹੀਂ ਹੁੰਦਾ। ਇਹ ਲੰਬੇ ਸਫ਼ਰਾਂ ਨੇ ਘਰਾਂ ਵੱਲ ਜਾਣ ਲਈ ਕੀ ਜਜ਼ਬੇ ਭਰ ਦਿੱਤੇ। ਸਾਹਮਣੇ ਮੀਰਜ਼ਾਦੀ ਦਾ ਘਰ ਆ ਗਿਆ ਸੀ। ਇਹ ਤਿੰਨ ਬੰਦੇ ਯਾਦ ਕਰਨ ਵੇਲੇ ਦਿਸਦੇ ਬਹੁਤ ਸਾਫ਼ ਨੇ। ਇੱਕ ਦਿਨ ਅਚਾਨਕ ਇੱਕ ਬੰਦਾ ਅੱਗੇ ਤੁਰਨ ਲੱਗਾ। ਜਿੱਥੇ ਵੀ ਉਹਨਾਂ ਪੜਾਅ ਲਾਇਆ ਉਹ ਥੋੜ੍ਹਾ ਅੱਗੇ ਲਾ ਲੈਂਦਾ। ਵੇਖਣ ਪਰਖਣ ਨੂੰ ਉਹ ਦੁਨਿਆਵੀ ਬੰਦਾ ਲੱਗਦਾ ਸੀ। ਉਹ ਪੂਰਾ ਦਿਨ ਅੱਗੇ ਚੱਲਦਾ ਰਿਹਾ। ਦੂਜੇ ਦਿਨ ਉਹ ਹੋਰ ਵੀ ਸੋਹਣਾ ਦਿਸਣ ਲੱਗਾ। ਉਹਦੀ ਚਾਲ ਬੜੀ ਮਸਤਾਨੀ ਸੀ। ਉਹ ਪਿੱਛੇ ਮੁੜ ਕੇ ਨਹੀਂ ਸੀ ਵੇਖਦਾ। ਉਹ ਹਰ ਰਾਗ ਦੀ ਤਾਲ ਸਮਝਦਾ। ਨਾਚ ਤੋਂ ਪਹਿਲਾਂ ਤੋਰ 'ਚ ਨੱਚਣਾ ਕਿਹੋ ਜਿਹਾ ਲੱਗੇਗਾ ਇਹ ਉਹਦੇ ਕਦਮਾਂ 'ਚ ਦਿਸਦਾ। ਤੀਜੀ ਚੰਨ ਚਾਨਣੀ ਰਾਤ ਨੂੰ ਅਚਾਨਕ ਇੱਕ ਪਗਡੰਡੀ ਪੈ ਗਿਆ। ਅੱਜ ਬਹੁਤ ਸਾਰੇ ਤਾਰੇ ਨੇ। ਉਹਦੀ ਸੁਰੀਲੀ ਆਵਾਜ਼ ਵੀ ਸੁਣੀ ਸੀ। ਉਹ ਅੱਖੋਂ ਓਹਲੇ ਹੋ ਗਿਆ। ਫਿਰ ਕਈ ਸਾਲਾਂ ਬਾਅਦ ਇੱਕ ਬੰਦਾ ਪਿੱਛੇ ਤੁਰਨ ਲੱਗਾ। ਉਹ ਬਿਲਕੁਲ ਖਾਲੀ ਹੱਥ ਸੀ। ਉਹ ਗਜ਼ਾ ਵੇਲੇ ਚੁੱਪਚਾਪ ਉਹਨਾਂ ਪਿੱਛੇ ਖੜ ਜਾਂਦਾ। ਚੌਥੇ ਦਿਨ ਦੁਪਹਿਰ ਵੇਲੇ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ। ਉਹਦੇ ਗੀਤਾਂ 'ਚ ਅੱਗੇ ਚੱਲ ਰਹੇ ਬਾਬੇ ਬਾਰੇ ਸੂਖਮ ਸੰਦੇਸ਼ ਸਨ। ਉਹਦੀ ਕਵਿਤਾ 'ਚ ਕਿਸੇ ਦੇ ਪਿੱਛੇ ਤੁਰਨ ਦਾ ਆਨੰਦ ਸੀ। ਫਿਰ ਉਹ ਹੱਸਦਾ ਹੱਸਦਾ ਬੈਠ ਗਿਆ। ਲੋਕਾਂ ਨੇ ਸਮਝਿਆ ਤਿੰਨ ਗਵਈਆਂ 'ਚੋਂ ਇੱਕ ਪਾਗਲ ਹੋ ਗਿਆ। ਮਰਦਾਨੇ ਨੇ ਸਭ ਕੁਝ ਚੁੱਪਚਾਪ ਸੁਣਿਆ ਸੀ। ਆਖਰੀ ਵੇਲੇ ਕੀ ਵਾਪਰਿਆ ਉਹ ਪਿੱਠ ਪਿੱਛੇ ਸੀ। ਥੋੜ੍ਹਾ ਜਿਹਾ ਪਛਤਾਵਾ ਜ਼ਰੂਰ ਸੀ। ਦੋਵੇਂ ਚਿਹਰੇ ਨਹੀਂ ਸੀ ਵੇਖੇ ਗਏ। ਇੱਕ ਦੀ ਪਿੱਠ ਸੀ, ਦੂਜਾ ਪਿੱਠ ਪਿੱਛੇ ਸੀ। ਫਿਰ ਕਈ ਮਹੀਨਿਆਂ ਬਾਅਦ ਇੱਕ ਹੋਰ ਚਿਹਰਾ ਦਿਸਿਆ। ਇੱਕ ਬੰਦੇ ਨੇ ਬਿਲਕੁਲ ਉਹਨਾਂ ਦੇ ਬਰਾਬਰ ਤੁਰਨਾ ਸ਼ੁਰੂ ਕਰ ਦਿੱਤਾ ਸੀ। ਉਹ ਬਾਬੇ ਵੱਲ ਝਾਤੀ ਮਾਰਦਾ, ਬੱਚਿਆਂ ਵਾਂਗ ਮੁਸਕਰਾਉਂਦਾ, ਮੋਢੇ ਸੰਗੋੜਦਾ, ਆਪਣੇ ਆਪ ਨੂੰ ਕੁਝ ਕਹਿੰਦਾ, ਬਾਬੇ ਵੱਲ ਝੁਕ ਜਾਂਦਾ। ਇਹੀ ਏ, ਇਹੀ ਹੈ।
ਇਸ ਬੰਦੇ ਦੇ ਪਾਗਲ ਹੋਣ ਬਾਰੇ ਲੋਕਾਂ ਨੂੰ ਰੱਤੀ ਭਰ ਵੀ ਸੋਚਣਾ ਨਹੀਂ ਪਿਆ। ਉਹ ਦੋ ਫਕੀਰਾਂ ਨੂੰ ਸਤਾ ਰਿਹਾ ਸੀ। ਪਾਗਲ ਹੋਣ ਲਈ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਸੀ। ਲੋਕ ਉਹ ਤੋਂ ਪਾਸਾ ਵੱਟ ਕੇ ਲੰਘਣ ਲੱਗੇ। ਕਿਸੇ ਨੇ ਉਹਨੂੰ ਰਸਤਾ ਛੱਡਣ ਲਈ ਨਹੀਂ ਕਿਹਾ। ਇਹ ਕਿੱਧਰੋਂ ਆ ਟਪਕਿਆ ਸੀ। ਮਰਦਾਨੇ ਨੂੰ ਪਤਾ ਨਹੀਂ ਸੀ ਲੱਗਿਆ। ਉਹਨੇ ਤਾਂ ਸੂਰਜ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਰਬਾਬ ਵਾਲੇ ਮੋਢੇ ਕੋਲ ਇੱਕ ਬੰਦਾ ਅਜਿਹੀਆਂ ਹਰਕਤਾਂ ਕਰਦਾ ਵੇਖਿਆ ਸੀ। ਉਹਨੂੰ ਚੰਗੀ ਤਰ੍ਹਾਂ ਵੇਖਣ ਲਈ ਰਬਾਬ ਦੂਜੇ ਮੋਢੇ 'ਤੇ ਕੀਤੀ। ਉਹ ਟਪੂਸੀ ਮਾਰ ਰਬਾਬ ਵਾਲੇ ਪਾਸੇ ਚਲਾ ਗਿਆ। ਉਂਝ ਵੀ ਰਸਤਾ ਜ਼ਿਆਦਾ ਖੁੱਲ੍ਹਾ ਨਹੀਂ ਸੀ। ਬਰਾਬਰ ਚੱਲਦਾ ਉਹਦਾ ਸਰੀਰ ਕਈ ਜਗ੍ਹਾ ਤੋਂ ਝਰੀਟਿਆ ਗਿਆ ਸੀ। ਮਰਦਾਨਾ ਕਈ ਵਾਰ ਉਹਨੂੰ ਰਸਤਾ ਦੇਣ ਲਈ ਇੱਕ ਪਾਸੇ ਹੋਇਆ। ਇਸ ਗੱਲੋਂ ਸ਼ਰਮਾਉਂਦਾ ਅਜਿਹਾ ਕਰਦਾ ਉਹ ਇੰਨਾ ਸੋਹਣਾ ਲੱਗਦਾ ਕਿ ਪੂਰਾ ਦਿਨ ਇਹ ਧਿਆਨ ਹੀ ਨਹੀਂ ਗਿਆ ਕਿ ਬੰਦਾ ਕਿੰਨੀ ਉਮਰ ਦਾ ਹੈ। ਉਹ ਪੂਰਾ ਦਿਨ ਮਰਦਾਨੇ ਅਤੇ ਬਾਬੇ ਦੀ ਵਿੱਥ ਵਿਚਕਾਰ ਹੀ ਤੁਰਿਆ। ਫਿਰ ਉਹਦੇ ਜਾਣ ਦਾ ਕੋਈ ਪਤਾ ਹੀ ਨਹੀਂ ਲੱਗਾ। ਅਚਾਨਕ ਜਾਪਿਆ ਰਬਾਬ ਵਾਲੇ ਪਾਸੇ ਕੋਈ ਨਹੀਂ ਹੈ। ਬਾਕੀ ਰਾਹ ਮਰਦਾਨਾ ਸੋਚਦਾ ਰਿਹਾ, ਪਛਤਾਉਂਦਾ ਰਿਹਾ। ਉਹ ਵੇਖਦਾ ਕੀ ਰਿਹਾ ਕਿ ਉਹਨੂੰ ਜੀ ਭਰ ਕੇ ਵੇਖ ਵੀ ਨਹੀਂ ਸਕਿਆ। ਉਸ ਰਾਤ ਬਾਬੇ ਨੇ ਬਹੁਤ ਹੀ ਸੁਰੀਲਾ ਗਾਇਆ ਸੀ। ਕਾਫੀ ਦੇਰ ਮਰਦਾਨਾ ਤਲਵੰਡੀ ਦੀਆਂ ਗਲੀਆਂ 'ਚ ਘੁੰਮਦਾ ਰਿਹਾ। ਕਈਆਂ ਨੇ ਪੈਰੀਂ ਹੱਥ ਲਾਇਆ, ਕਈਆਂ ਝੁੱਕ ਕੇ ਸਲਾਮ ਕੀਤੀ। ਸਿਰਫ ਇੱਕ ਵਾਰ ਕਿਹਾ ਬਾਬੇ ਦਾ ਵਾਕ ਯਾਦ ਆਇਆ। ਹਾਲਾਂਕਿ ਦੁਬਾਰਾ ਕਹਿਣ ਦੀ ਵਾਰੀ ਅਨੰਤ ਵਾਰੀ ਆਈ ਸੀ। ਬੇਆਰਾਮੀ ਗਿਆਨੀ ਨੂੰ ਵੀ ਹੋ ਸਕਦੀ ਹੈ, ਪਰ ਸੋਗ ਨਹੀਂ। ਕੁਝ ਅਜਿਹੇ ਵਾਕ ਹੋਰ ਵੀ ਸਨ ਜਿਨ੍ਹਾਂ ਨੂੰ ਬਾਬੇ ਨੇ ਸਿਰਫ ਇੱਕ ਵਾਰੀ ਕਿਹਾ ਸੀ, ਜਦ ਕਿ ਪ੍ਰਸਥਿਤੀਆਂ ਹਜ਼ਾਰਾਂ ਵਾਰ ਆਈਆਂ ਸਨ। ਕੀ ਉਹਨਾਂ ਦੀ ਮਹੱਤਤਾ ਸਿਰਫ ਇੱਕ ਵਾਰੀ ਕਹਿਣ 'ਚ ਰਹਿਣੀ ਸੀ? ਜਿਵੇਂ ਅੱਜ ਇਸ ਵਾਕ ਨੂੰ ਯਾਦ ਕਰਕੇ ਸਰੂਰ ਚੜ੍ਹਿਆ। ਇਹ ਹੋਣ ਦੀ ਵਾਰੀ ਸੀ। ਇੱਕ ਹੋਰ ਸਕੀ ਯਾਦ ਆਈ। ਰਿਆਜ਼ ਸੰਗੀਤ ਦੀ ਲੋਰੀ ਹੈ ਮਰਦਾਨਿਆਂ। ਦੂਰੋਂ ਹੀ ਵਿਹੜੇ 'ਚ ਥੱਲੇ ਬੈਠਾ ਬਾਬਾ ਦਿਸਿਆ। ਉਹਦੇ ਕੋਲ ਇੱਕ ਪੰਡੋਕਲੀ ਪਈ ਸੀ ਜਿਹਦਾ ਬਾਹਰਲਾ ਕੱਪੜਾ ਸ਼ਾਇਦ ਮਾਤਾ ਨੇ ਬਦਲ ਦਿੱਤਾ ਸੀ। ਮੀਰਜ਼ਾਦੀ ਨਹੀਂ ਸੀ ਦਿਸ ਰਹੀ। ਉਹ ਨਾਨਕ ਲਈ ਉਹਨੂੰ ਤਾਂ ਲੱਭਣ ਨਹੀਂ ਸੀ ਜਾ ਸਕਦੀ। ਉਹਦੇ ਅੰਦਰ ਆਉਣ 'ਤੇ ਵੀ ਬਾਬਾ ਚੁੱਪਚਾਪ ਬੈਠਾ ਰਿਹਾ। ਅਜਿਹਾ ਕਹਿਣ ਦੀ ਲੋੜ ਵੀ ਨਹੀਂ ਸੀ ਕਿ ਮਰਦਾਨਿਆਂ ਚੱਲੀਏ। ਲਗਭਗ ਅੱਧੀ ਸਦੀ ਦੇ ਇਸ ਹੁੰਗਾਰੇ ਨੂੰ ਸੈਂਕੜੇ ਵਾਰ ਦਾ ਤਜਰਬਾ ਸੀ। ਕੋਠੜੀ ਅੰਦਰੋਂ ਰਬਾਬ 'ਤੇ ਛੋਟੀ ਜਿਹੀ ਪੰਡ ਚੁੱਕਣ ਲੱਗੇ ਅੰਦਰੋਂ ਸਿਸਕੀਆਂ ਦੀ ਆਵਾਜ਼ ਸੁਣੀ। ਹੁਣ ਤਾਂ ਤੈਨੂੰ ਇਹ ਵੀ ਯਾਦ ਭੁੱਲ ਗਈ ਹੋਣੀ ਹੈ ਕਿ ਅਸੀਂ ਵਿਛੜਦੇ ਵੀ ਹਾਂ। ਇੱਕ ਹੱਥ ਰਬਾਬ 'ਤੇ ਦੂਜੇ 'ਚ ਗਠੜੀ ਫੜ ਮਰਦਾਨਾ ਉਹਦੇ ਸਾਹਮਣੇ ਹੀ ਰੁਕ ਗਿਆ। ਕੋਠੜੀ ਦੇ ਹਲਕੇ ਹਲਕੇ ਹਨੇਰੇ 'ਚ ਮੀਰਜ਼ਾਦੀ ਨੇ ਅੱਖਾਂ ਉੱਪਰ ਚੁੱਕੀਆਂ। ਹੁਣ ਮੈਂ ਤੈਨੂੰ ਰੁਕਣ ਲਈ ਨਹੀਂ ਕਹਿਣਾ। ਜਦ ਮਾਂ ਤੇ ਹੱਜ ਨਹੀਂ ਤੈਨੂੰ ਰੋਕ ਸਕੇ। ਜਦੋਂ ਉਹ ਬਾਹਰ ਆਇਆ ਤਾਂ ਬਾਬਾ ਪਹਿਲਾਂ ਹੀ ਆਪਣੀ ਪੰਡੋਕਲੀ ਦੇ ਲੜ ਢਿੱਲੇ ਕਰ ਚੁੱਕਾ ਸੀ। ਦੋਵਾਂ ਦੀਆਂ ਗੱਠੜੀਆਂ ਨੂੰ ਇੱਕ ਬਣਦਾ ਵੇਖਣ ਲਈ ਉਹ ਵਿਹੜੇ 'ਚ ਆ ਨਿਕਲੀ ਸੀ। ਚੱਲਦਿਆਂ ਮੀਰਜ਼ਾਦੀਏ, ਮਰਦਾਨੇ ਨੇ ਆਖਰੀ ਵਾਰ ਉਹਦੇ ਵੱਲ ਮੂੰਹ ਘੁਮਾ ਕੇ ਕਿਹਾ। ਦਰਵਾਜ਼ੇ ਤੱਕ ਪਿੱਛੇ ਪਿੱਛੇ ਮਰਦਾਨੇ ਨੂੰ ਉਹਦੇ ਕਦਮਾਂ ਦੀ ਆਵਾਜ਼ ਸੁਣਦੀ ਰਹੀ। ਫਿਰ ਮਰਾਸੀਆਂ ਦੀ ਭੀੜੀ ਗਲੀ ਤਲਵੰਡੀ ਵਿੱਚੋਂ ਘੁੰਮਦੀ ਉਹਨਾਂ ਨੂੰ ਬਾਹਰ ਤੱਕ ਛੱਡ ਆਈ। ਧੰਨਵਾਦ।